ठीक है जी भाई फोटो एक चलो भाई आ जाओ भाई ओ यार कैमरा तरक्की कर रही है ठीक है तो वाह जी वाह और बनी थी भाई सोमा के सोमे थल्ले जहां पे उन्होंने अपने कैरियर की Was he a difficult chap to groom के? नॉट डिफिकल्ट क्योंकि ਉਹਦੀ ਬੜੀ ਕਮੀ ਹੈ ਕ੍ਰਿਕਟਰ ਤਾਂ ਜਾਂ ਫਿਰ ਫਿਲਮ ਸਟਾਰ ਜਾਂ ਫਿਰ ਬਾਕੀ ਚੀਜ਼ਾਂ ਤਾਂ ਹਰ ਕੋਈ ਕਰੀ ਜਾਂਦਾ ਅੱਛੇ ਇਨਸਾਨ ਬਣਨ ਦੀ ਕਮੀ ਹੱਲੇ ਵੀ ਹੈਗੀ ਹੈ You said कि quality time किसी बच्चे ਨਾਲ spend करना जी। चाहते हो. So what do you do in that time? I play with them. Cricket? No. I play different games. I love, keep getting beaten from them. ਕਿ ਉਹ ਜਦੋਂ ਦੌੜਦੇ ਆ ਮੈਂ ਪਿੱਛੇ ਰਹਿਣਾ ਉਹ ਪਸੰਦ ਕਰਦਾ ਉਹਨਾਂ ਤੋਂ ਜਾਣ ਕੇ ਹਾਰਨਾ ਵਧੀਆ ਲੱਗਦਾ ਕਿਉਂਕਿ ਬੱਚਿਆਂ ਨੂੰ ਲੱਗਣਾ ਚਾਹੀਦਾ ਕਿ ਉਹ ਜਿੱਤ ਰਹੇ ਆ ਰਨਿੰਗ ਦਾ ਬੜਾ ਸ਼ੌਂਕ ਆ ਮੇਰੀ ਬੇਟੀ ਨੂੰ ਉਹ ਮੇਰੇ ਨਾਲ ਰਨਿੰਗ ਕਰਦੀ ਰਹਿੰਦੀ ਹੈ ਮੈਂ ਉਹਨੂੰ ਦੱਸਦਾ ਰਹਿੰਦਾ ਬੇਟੇ ਤੇਰੇ ਪਾਪਾ ਨੇ ਬਹੁਤ ਦੌੜ ਲਿਆ ਹੁਣ ਨਾ ਦੜਾ ਬੈਠ ਲੈਂਦੇ ਪਰ yeah I play a lot of game with them from carom board to running to football to volleyball to lot of games खबर रखी हुई है नहीं या? नहीं ਦੇ ਛੱਡੀ ਹੈ ਜੀ Really? ਹਾਂਜੀ Oh, that was your favorite piece. We heard that. ਬਸ ਉਹੀ ਗੱਲ ਹੈ ਨਾ ਜੀ ਕਿ ਜਿਵੇਂ ਕ੍ਰਿਕਟ ਵੀ ਫੇਵਰੇਟ ਤਾਂ ਰਹੇਗੀ ਹਮੇਸ਼ਾ ਬਟ ਜ਼ਿੰਦਗੀ 'ਚ ਹਰ ਚੀਜ਼ ਦਾ ਨਾਲ ਨਹੀਂ ਚੱਲਦੀਆਂ वन क्वेश्चन फ्रॉम द फैन भाजी ਹਾਂਜੀ भाई आफ्टर रिटायरमेंट यू भी भाजी कैनेडियन लीग भी खेडे है दुबई लीग भी खेडे है ਜੀ कि ਤੁਸੀਂ ਖੇਡਣਾ ਚਾਹੋਗੇ ਅਸੀਂ मैं- ਦੇਖਣਾ ਚਾਹੁੰਦੇ ਭਾਜੀ ਐਜ਼ ਅ ਫੈਨ ਮੈਂ ਲੈਜੈਂਡ ਲੀਗ ਜਿਹੜੀ ਹੁੰਦੀ ਉਹ ਕੋਸ਼ਿਸ਼ ਕਰਾਂਗਾ ਖੇਲਣ ਦੀ ਔਰ ਉਸ ਤੋਂ ਇਲਾਵਾ ਬਾਹਰ ਦੀਆਂ ਲੀਗਸ ਹਲੇ ਮੈਂ ਸੋਚਿਆ ਨਹੀਂ ਹੈ ਬਟ ਆਫ ਕੋਰਸ ਅਗਰ ਟਾਈਮ ਪਰਮਿਟ ਕਰੇਗਾ ਕਿਉਂਕਿ ਰਿਟਾਇਰਮੈਂਟ ਦਾ ਲੈਣ ਦਾ ਇੱਕ ਮੇਨ ਮਕਸਦ ਇਹ ਹੁੰਦਾ ਕਿ ਤੁਸੀਂ ਜ਼ਿਆਦਾ ਟਾਈਮ ਘਰ ਸਪੈਂਡ ਕਰੋ ਆਪਣੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਟਾਈਮ ਨਹੀਂ ਦਿੱਤਾ ਪਰ ਟਾਈਮ ਪਰਮਿਟ ਕਰੇਗਾ ਤਾਂ ਮੈਂ ਜ਼ਰੂਰ ਕਿ ਫੈਨ ਭਾਜੀ ਬੜੇ ਨੋਸਟੈਲਜਿਕ ਹੁੰਦੇ ਤੁਹਾਨੂੰ ਦੇਖਣਾ ਚਾਹੁੰਦੇ ਆ ਗਰਾਊਂਡ ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਜਿੱਥੇ ਜਾ ਕੇ ਕ੍ਰਿਕਟ ਖੇਲੀ ਜਾ ਸਕੇ ਬਹੁਤ ਜ਼ਿਆਦਾ ਕੰਪੀਟੀਟਿਵ ਨਾ ਹੋਵੇ ਉਹ ਕ੍ਰਿਕਟ ਖੇਲਾਂਗਾ ਕੰਪੀਟੀਟਿਵ ਅਗਰ ਕ੍ਰਿਕਟ ਖੇਲਣੀ ਹੁੰਦੀ ਤਾਂ ਫਿਰ ਮੈਂ IPL ਹਾਲੇ ਵੀ ਖੇਲ ਸਕਦਾ ਸੀ ਬਟ ਆਈ ਥਿੰਕ ਰਾਈਟ ਟਾਈਮ ਆਈ ਥਿੰਕ ਲੋਟ ਆਫ ਯੰਗਸਟਰ ਆ ਦੇਅਰ ਉਹਨਾਂ ਨੂੰ ਖੇਲਣਾ ਚਾਹੀਦਾ ਹਾਲੇ ਕਿ ਰਿਟਾਇਰਮੈਂਟ ਮੈਂ ਕਾਫੀ ਲੇਟ ਲੈ ਰਿਹਾ ਮੈਨੂੰ ਲੱਗਦਾ 3-4 ਸਾਲ ਪਹਿਲਾਂ ਲੈਣੀ ਚਾਹੀਦੀ ਸੀ ਬਟ ਆਈ ਡੋਂਟ ਨੋ ਕਿਉਂ ਇੰਨਾ ਲੇਟ ਹੋ ਗਿਆ ਥੈਂਕ ਯੂ ਕੁਝ ਮੇਰੇ ਕੋਚ ਸਾਹਿਬ ਨੂੰ ਭਾਜੀ ਉਹਨਾਂ ਨੂੰ ਚਲੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਬਲਟਨ ਬਾਗ ਮੈਂ ਆਇਆ ਇਹਦਾ ਮੁੱਖ ਕਾਰਨ ਇਹੀ ਹੈ ਕਿ ਜਿਵੇਂ ਮੈਂ ਕੱਲ੍ਹ ਰਿਟਾਇਰਮੈਂਟ ਅਨਾਉਂਸ ਕੀਤੀ ਔਰ ਮੈਂ ਇੱਥੋਂ ਹੀ ਆਪਣੀ ਕ੍ਰਿਕਟ ਸ਼ੁਰੂ ਕੀਤੀ ਅਤੇ ਇੱਥੇ ਹੀ ਅੱਜ ਮੈਂ ਆ ਕੇ ਇਸ ਗਰਾਊਂਡ ਨੂੰ ਮੱਥਾ ਟੇਕ ਕੇ ਇਹ ਕ੍ਰਿਕਟ ਨੂੰ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਅਤੇ ਜੋ ਮੈਂ ਹਾਂ ਮੈਂ ਇਸ ਗਰਾਊਂਡ ਦੀ ਬਦੌਲਤ ਹਾਂ ਮੇਰੇ ਕੋਚ ਸਾਹਿਬ ਦੀ ਬਦੌਲਤ ਹਾਂ ਇਹ ਭਾਜੀ ਹੋਣੀ ਮੈਨੂੰ ਪਹਿਲਾ ਮੈਚ ਜਦੋਂ ਮੈਂ ਖੇਲਣ ਗਿਆ ਸੀ ਉਦੋਂ ਮੈਨੂੰ ਛੱਡਣ ਗਏ ਸੀਗੇ ਦਿੱਲੀ ਔਰ ਆਮ ਸ਼ੋਰ ਅਜੇ ਵੀ ਪ੍ਰਾਊਡ ਹੋਣਗੇ ਕਿ ਮੁੰਡਾ ਜਦ ਵਾਪਸ ਆਇਆ ਘਰ ਤੇ 100 ਟੈਸਟ ਮੈਚ ਖੇਲ ਕੇ ਆਇਆ ਤੇ ਬੜਾ ਕੁਝ ਅਚੀਵ ਕਰਕੇ ਆਇਆ ਸੋ ਆਈ ਐਮ ਗ੍ਰੇਟਫੁਲ ਗੋਡ ਹੈਜ਼ ਬੀਨ ਰੀਅਲੀ ਕਾਈਂਡ ਕਿ ਮੈਂ ਜੋ ਅਚੀਵ ਜ਼ਿੰਦਗੀ ਦੇ ਵਿੱਚ ਕੀਤਾ ਅਗਰ ਮੇਰੀ ਜ਼ਿੰਦਗੀ 'ਚ ਕ੍ਰਿਕਟ ਨਹੀਂ ਹੁੰਦੀ ਤਾਂ ਸ਼ਾਇਦ ਮੈਂ ਅੱਜ ਇਸ ਮੁਕਾਮ 'ਤੇ ਨਹੀਂ ਹੁੰਦਾ ਅਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਅਦਾ ਜੀ ਕਿਉਂਕਿ ਮੇਰੇ ਹਰ ਉਸ ਮੂਮੈਂਟ ਨੂੰ ਕੈਪਚਰ ਕੀਤਾ ਤੁਸੀਂ ਹਰ ਉਸ ਮੂਮੈਂਟ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਇਆ ਮੈਂ ਤੁਹਾਡਾ ਤਹਿ ਦਿਲੋਂ ਤੋਂ ਤੁਹਾਡੇ ਸਾਰਿਆਂ ਦਾ ਵੀ ਸ਼ੁਕਰੀਆ ਅਦਾ ਕਰਦਾ ਬਿਨਾਂ ਮੀਡੀਆ ਤੋਂ ਇਹ ਪੋਸੀਬਲ ਨਹੀਂ ਹੈ ਔਰ ਹਰ ਇੱਕ ਉਸ ਇਨਸਾਨ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਸ ਨੇ ਮੇਰੀ ਇਸ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਵਿੱਚ ਅੱਗੇ ਵਧਣ ਦੇ ਵਿੱਚ ਹੌਸਲਾ ਅਫਜ਼ਾਈ ਕੀਤੀ ਔਰ ਮੈਂ ਜਿੰਨਾ ਵੀ ਇਸ ਗਰਾਊਂਡ ਦਾ ਸ਼ੁਕਰੀਆ ਅਦਾ ਕਰਾਂ ਜਾਂ ਇਸ ਇੱਥੇ ਦੇ ਗਰਾਊਂਡਸਮੈਨ ਦਾ ਉਹ ਸ਼ਾਇਦ ਘੱਟ ਹੋਏਗਾ ਕਿਉਂਕਿ ਉਹਨਾਂ ਨੇ ਨਿਸਵਾਰਥ ਹੋ ਕੇ ਮੇਰੇ ਲਈ ਉਹ ਪਿੱਚਾਂ ਬਣਾਈਆਂ ਮੇਰੇ ਲਈ ਹਰ ਉਹ ਚੀਜ਼ ਪ੍ਰੋਵਾਈਡ ਕੀਤੀ ਜੋ ਇੱਕ ਕ੍ਰਿਕਟਰ ਨੂੰ ਲੋੜ ਹੁੰਦੀ ਹੈ ਅਤੇ JDCA ਦਾ ਮੈਂ ਸ਼ੁਕਰੀਆ ਅਦਾ ਕਰਦਾ BCCI ਦਾ ਮੈਂ ਸ਼ੁਕਰੀਆ ਅਦਾ ਕਰਦਾ ਮੈਂ PCA ਦਾ MP ਪਾਂਡਾ ਸਰ ਦਾ ਸ਼ੁਕਰੀਆ ਅਦਾ ਕਰਦਾ ਕਿ ਕੁਝ ਕਰੀਬ ਮੇਰੇ ਲੋਕ ਹੈ ਉਹਨਾਂ ਦੇ ਵਿੱਚੋਂ MP ਪਾਂਡਾ ਸਾਹਿਬ ਮੈਨੂੰ ਲੱਗਦਾ ਕਿ ਅਗਰ ਉਹ ਮੇਰੀ ਜ਼ਿੰਦਗੀ ਦੇ ਵਿੱਚ ਉਸ ਸਮੇਂ ਨਹੀਂ ਹੁੰਦੇ ਤਾਂ ਮੈਂ ਇਸ ਮੁਕਾਮ 'ਤੇ ਨਹੀਂ ਹੁੰਦਾ ਅਤੇ ਅੱਜ ਮੈਂ ਅਗਰ ਵਾਪਸ ਮੁੜ ਕੇ ਦੇਖਦਾ ਜਦੋਂ ਮੈਂ ਸ਼ੁਰੂ ਕੀਤਾ ਸੀ 1994 ਦੇ ਵਿੱਚ ਅਤੇ ਅੱਜ ਦਾ ਇਸ ਮੁਕਾਮ ਇਹ ਸਫ਼ਰ ਬਹੁਤ ਵਧੀਆ ਰਿਹਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਜੀ ਆਈ ਐਮ ਗ੍ਰੇਟਫੁਲ ਫਿਊਚਰ ਪਲਾਨ ਕੀ ਹੈ ਕਾਂਗਰਸ ਚਾਹਣ ਦੀ ਕੋਈ ਤੁਹਾਨੂੰ ਲੱਗ ਰਿਹਾ ਕਿਆਸ ਲੱਗ ਰਹੀ ਸੀ ਲੱਗ ਰਹੀ ਹੈ ਜੀ ਕਿ ਤੁਸੀਂ ਕਾਂਗਰਸ ਜਾ ਰਹੇ ਹੋ ਇੱਕ ਫਿਊਚਰ ਪਲਾਨ ਹਲੇ ਮੈਂ ਡਿਸਾਈਡ ਨਹੀਂ ਕੀਤਾ ਜੀ ਮੈਂ ਕੀ ਕਰਨਾ ਕਿਸ ਪਾਸੇ ਜਾਣਾ ਕੀ ਕਰਨਾ ਕਿਉਂਕਿ ਮੈਂ ਕ੍ਰਿਕਟ ਦੇ ਨਾਲ ਜ਼ਰੂਰ ਜੁੜਿਆ ਰਹਾਂਗਾ ਕਿਉਂਕਿ ਕ੍ਰਿਕਟ ਮੇਰੀ ਜ਼ਿੰਦਗੀ 'ਚ ਸੀ ਹੈ ਔਰ ਰਹੇਗੀ ਕਿਉਂਕਿ ਮੈਂ ਜੋ ਹਾਂ ਉਹ ਕ੍ਰਿਕਟ ਕਰਕੇ ਹਾਂ
और अज अगर मैनू लोग पूछ भी रहे हैं वो क्रिकेट करके पूछ रहे हैं और लोगों का जो प्यार मिले वो भी क्रिकेट करके है। बाकी रह रही हैं पोलिटिकल गल्लां ते जो समा आएगा ज़रूर मैं खुद रिवील करांगा कि मैं अगे मेरे फ्यूचर प्लान्स की है। मैं अगर किसी पोलिटिकल पार्टी दे नाल जावांगा नहीं जावांगा जिवें भी होएगा मैं तुहानूं ज़रूर सारिਆਂ ਨੂੰ इतला करांगा और मैं अगर उस पासे जाना भी है I would still need your support and guidance going forward and I am sure कि तुसी हमेशा मेरे नाल चलदे मतलब रहोगे। इनकार नहीं करते कि Assembly जाओगे। elections होएगा जो भी होएगा जो political ਤੁਹਾਡਾ है, if your political career is going to start, will it start in this election? I don't know, मैं to be honest मैं कुछ सोचा नहीं इस बारे। I do have offers from different parties to join them but I'll have to sit and of course think very wisely क्योंकि this is not going to be a small sort of decision कि चलो ये ज्वाइन कर लेने हैं because it's a very demanding job और मैं नहीं चाहांगा कि मैं कोई भी काम करा तो हाफ हार्टेड करा। जेड़ा भी मैं काम करना चाहांगा वो जब तक ਉਹਦੇ ਲਈ मैं पूरी तरह प्रिपेयर नहीं है मैं उस पासे नहीं जावांगा। जिस दिन मैनू लगेगा कि मैं पूरा प्रिपेयर्ड हाँ किसी भी पार्टी नू या किसी भी तरीके नाल काम करने ਲਈ चाहे वो कोचिंग भी है तो मैं ज़रूर ਤਾਂ ही उस पासे में जावांगा। हले तक मैं कुछ सोचा नहीं है। whenever I'll think about it we'll all get together like this and obviously we'll celebrate and of course we'll take things forward also। Can you reveal ਕਿ ਨਵਜੋਤ ਸਿੱਧੂ ਉਹਨਾਂ ਨੇ ਤੁਹਾਨੂੰ ਕੀ ਆਫਰ ਦਿੱਤੀ ਸੀ when you met last? नहीं मैं उन्होंने कैजुअल एक मीटिंग सी मैं चंडीगढ़ सी वो भी चंडीगढ़ सी मैं उन्होंने बतौर क्रिकेटर मिलिया सी। ओबवियसली मेरे होर भी बड़े जानकार चाहे वो बीजेपी पार्टी होवे या फिर कांग्रेस पार्टी होवे आप होवे सारी पार्टी के जड़े लोग हैं मेरे जानकार हैगे हैं बट अजकल क्योंकि चुनाव का समय है जिहदे नाल फोटो खिंची जाएगी लगेगा कि मैं उस पासे जा रहा पर मैं तुहानूं फिर कह रहा कि जिस पासे भी मैं जावांगा अगर गया तो तुहानूं दस के जावांगा क्योंकि ਉਹਦੇ ਵਿੱਚ कोई लुकाउण वाली गल नहीं है क्योंकि लुक के कोई काम नहीं हुंदा और अगर मैं कोई काम करांगा खुलेआम करांगा और मैं वो तद ही करांगा ਜਦੋਂ ਮੈਨੂੰ लगदा है कि मैं 100% उस काम ਲਈ कमिटेड हो के काम कर सकदा। ਪੰਜਾਬ ਦੀ ਰਾਜਨੀਤੀ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਜਿਹੜਾ ਮਾਹੌਲ ਚੱਲਦਾ ਪਿਆ? देखो जी राजनीति बड़ा वड्डा सबजैक्ट है ਉਹਦੇ ਬਾਰੇ हर रोज़ नवीं चीज़ां हो रही तो मैं हले फिलहाल राजनीति ਦੇ ਵਿੱਚ नहीं है। I'll rather stick to what I'm good at which is cricket। हाल ਹੁਣ ਤਾਂ ਮੈਂ ਉਹ ਵੀ ਛੱਡ ਦਿੱਤੀ ਹੈ बट राजनीति बारे ਮੈਨੂੰ हले ਤੁਸੀਂ ਨਾ ਪੁੱਛੋ ਤਾਂ ਜ਼ਿਆਦਾ ਬੈਟਰ ਕਿਉਂਕਿ ਮੈਨੂੰ ਜ਼ਿਆਦਾ ਮੈਂ ਰਾਜਨੀਤੀ ਬਾਰੇ ਗੱਲ ਹਲੇ ਕਰਨਾ ਨਹੀਂ। ਮਾਹੌਲ ਇਦਾਂ ਦਾ ਚੱਲਦਾ ਪਿਆ ਨਾ ਜੇ ਰਾਜਨੀਤੀ 'ਚ ਨਹੀਂ ਜਾਣਾ ਤੇ ਫਿਰ ਅੱਗੇ ਕੀ ਪਲਾਨ ਹੈ ਕੀ ਫਿਊਚਰ ਪਲਾਨ ਹੈ? क्रिकेट ਦੇ ਵਿੱਚ ਬੜਾ ਕੁਛ ਹੈ ਜੀ। I have got a couple of offers from IPL teams to join them as mentor ਕਰ ਸਕਦਾ commentary ਕਰ ਸਕਦਾ। I can spend a lot of time with my family which is more precious than working anywhere else। ਪਿਛਲੇ 20 ਸਾਲਾਂ ਤੋਂ ਮੈਂ ਆਪਣੇ ਘਰਦਿਆਂ ਨੂੰ ਟਾਈਮ ਨਹੀਂ ਦਿੱਤਾ ਹੈਗਾ। I think ਸਭ ਤੋਂ ਜਿਹੜੀ ਵਧੀਆ ਚੀਜ਼ ਇਹ ਹੋ ਸਕਦੀ ਕਿ I look forward to spend a lot of time with my family at home and with my friends। You know I've never seen them from last 25 years। I've not met them properly so this is my time to catch up with all of them। और ਉਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਐਸੀਆਂ ਬੜੀਆਂ ਓਪਰਚੁਨਿਟੀਜ਼ ਹੈ ਜਿੱਥੇ ਮੈਂ ਕੋਈ ਵੀ ਕੰਮ ਕਰ ਸਕਦਾ ਹੈਗਾ ਫਿਲਮ ਕਰ ਸਕਦਾ ਹੈਗਾ ਮਿਊਜ਼ਿਕ ਕਰ ਸਕਦਾ ਹੈਗਾ ਸੋ ਥੋੜਾ ਬਹੁਤ ਆਲਰੇਡੀ ਸ਼ੁਰੂ ਹੋ ਗਿਆ ਸੀ जी मैं हर चीज़ वो करना चाहूँगा क्योंकि यू नेवर नो ज़िंदगी एक बार मिलती है हर चीज़ करके देखनी चाहिए है। ਪਰ ਭਾਜੀ ਜੀ ਪੰਜਾਬ ਦੇ ਬਹੁਤ ਸਾਰੇ ਵੱਡੇ ਮੁੱਦੇ ਹੈਗੇ ਨੇ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ। ਲੋਕ ਡਿਮਾਂਡ ਕਰਦੇ ਨੇ ਕਿ ਚੰਗੇ ਲੋਕਾਂ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ। ਜੀ। ਤੁਹਾਡੀ ਨਜ਼ਰ ਦੇ ਵਿੱਚ ਇਹੋ ਜਿਹੀ ਕਿਹੜੀ ਪਾਰਟੀ ਹੈਗੀ ਜਿਹੜੀ ਵਾਕਈ ਪੰਜਾਬ ਦਾ ਇਹ ਸੁਧਾਰ ਕਰ ਸਕਦੀ ਜਾਂ ਵੱਡੇ ਮੁੱਦੇ ਹੱਲ ਕਰ ਸਕਦੀ? देखियो जी पार्टी के बारे तो नहीं मैं गल करना चाहूँगा कि केड़ी पार्टी हल करनी कर सकती है मुद्दे और वो मुद्दे जेड़े भी है ਉਹਦੇ ਲਈ जो राइट पीपल हैगे आ ਜਿਹੜੇ राइट बंदे हैगे ਉਹਨਾਂ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈਗਾ। ਆਫ ਕੋਰਸ ਹੁਣ ਤੁਸੀਂ ਕਹੋਗੇ ਕਿ ਉਹ ਰਾਈਟ ਬੰਦੇ ਕੌਣ ਆ ਇਹ ਤਾਂ ਦੇਖੋ ਪਾਰਟੀ ਦੇ ਵਿੱਚ ਜਦੋਂ ਕੋਈ ਚਲੇ ਜਾਂਦਾ ਉਹ ਆਪਣਾ ਉਹ ਦੇਖਣ ਲੱਗ ਪੈਂਦਾ ਕਿ ਪਾਰਟੀ ਪਹਿਲਾਂ ਪੰਜਾਬ ਹੋਣਾ ਚਾਹੀਦਾ ਕਿਉਂਕਿ ਪੰਜਾਬ ਅਗਰ खुशहाल होएगा पंजाब अगर हसीन होएगा तो तभी पार्टी की भी तरक्की है किसी भी पार्टी की। पर आई थिंक कि अगर मैनू कभी अपॉर्चुनिटी मिलेगी अगर मैनू कभी ऐसा मौका मिलेगा जो मैनू लगेगा कि मैं कुछ चेंज लिया सकदा या करना चाहिए तो मैं ज़रूर वो चेंज लियावांगा और पार्टी तो बिना लियावांगा बिना पार्टी की सोचे कि पार्टी नू की लगेगा। पहला पंजाब पहला हिंदुस्तान
ਫਿਰ ਪਾਰਟੀ। ਤੇ ਤੁਸੀਂ ਕੱਲ ਕਿਹਾ ਜੀ ਕਿ ਵੀ ਮੈਂ ਇੱਕ ਨਵਾਂ ਚੈਪਟਰ ਆਪਣੀ ਜ਼ਿੰਦਗੀ ਦਾ ਹੁਣ ਸ਼ੁਰੂ ਕਰਨ ਜਾ ਰਿਹਾ, ਨਵਾਂ ਚੈਪਟਰ ਕਿਹਾ ਹੈ? ਨਵਾਂ ਚੈਪਟਰ ਇਹ ਹੈ ਜੀ ਕਿ ਮੈਂ ਪਿਛਲੇ 20-25 ਸਾਲ ਤੋਂ ਕ੍ਰਿਕਟ ਹੀ ਖੇਡ ਰਿਹਾ ਸੀ ਔਰ ਆਫ ਕੋਰਸ ਕ੍ਰਿਕਟ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਸੀ। ਹੁਣ ਅੱਗੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਚੈਪਟਰ ਹੋਏਗਾ ਉਹ ਨਵਾਂ ਚੈਪਟਰ ਹੋਏਗਾ ਔਰ ਪੋਲੀਟੀਕਲ ਹੋਏਗਾ ਜਾਂ ਕੁਝ ਹੋਰ ਹੋਏਗਾ? ਇਹ ਤਾਂ ਰੱਬ ਹੀ ਜਾਣਦਾ ਜੀ ਕਿ ਪੋਲੀਟੀਕਲ ਹੋਏਗਾ ਜਾਂ ਫਿਰ ਕੋਈ ਹੋਰ ਹੋਏਗਾ, ਬਟ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਹੋਏਗਾ ਜੀ। ਤੁਸੀਂ ਜ਼ਿਆਦਾ ਟਾਈਮ ਆਫਟਰ ਦਿਸ ਗੇਮ ਹੁਣ ਤੁਸੀਂ ਜਲੰਧਰ ਰਹਿਣਾ ਪਸੰਦ ਕਰੋਗੇ ਜਾਂ ਮੁੰਬਈ? ਮੇਰਾ ਕੰਮ ਕਾਫੀ ਹੱਦ ਤੱਕ ਮੁੰਬਈ ਹੈ ਔਰ ਮੈਂ ਦੋਨੋਂ ਪਾਸੇ ਹੀ ਰਵਾਂਗਾ ਜੀ। ਜ਼ਿਆਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਕਿੱਧਰ, ਜਿੱਥੇ ਕੰਮ ਦੀ ਡਿਮਾਂਡ ਹੈ ਜਿੱਥੇ ਮੈਂ ਉੱਥੇ ਰਵਾਂਗਾ। ਐਂਡ ਆਫ ਕੋਰਸ ਜਿਵੇਂ ਜਿਵੇਂ ਜਿੱਧਰ ਕੰਮ ਦੀ ਜ਼ਰੂਰਤ ਹੈ ਉੱਥੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਰਵਾਂਗਾ। ਬਾਕੀ ਅੱਗੇ ਫਿਊਚਰ 'ਚ ਕੀ ਹੁੰਦਾ ਉਸ ਦੇ ਮੁਤਲਕ ਮੈਂ ਸੋਚ ਕੇ ਫਿਰ ਦੇਖਾਂਗਾ ਕਿ ਮੈਨੂੰ ਜ਼ਿਆਦਾ ਟਾਈਮਸ ਕਿੱਥੇ ਰਹਿਣਾ ਪੈਣਾ। ਹਰਭਜਨ ਜੀ ਇੱਕ ਚੀਜ਼ ਦੱਸ ਦਿਓ, ਤੁਸੀਂ ਕਿਹਾ ਕਿ ਸਹੀ ਬੰਦੇ ਹੋਣੇ ਚਾਹੀਦੇ ਰਾਜਨੀਤੀ 'ਚ, ਜੀ। ਕਿਸ ਤਰ੍ਹਾਂ ਦੇ ਸਹੀ ਬੰਦੇ ਤੁਸੀਂ ਕਹਿੰਦੇ ਹੋ? ਮੇਰੇ ਵਰਗੇ ਮਤਲਬ ਤੁਸੀਂ ਆਪਣੇ ਨੂੰ ਫਿੱਟ ਸਮਝਦੇ ਹੋ ਰਾਜਨੀਤੀ ਵੱਲ? ਬਿਲਕੁਲ, ਦੇਖੋ ਕਿੰਨਾ ਫਿੱਟ ਹੈਗਾ ਮੈਂ। ਤੇ ਰਾਜਨੀਤੀ 'ਚ ਆਣਾ ਹੁਣ ਤੁਸੀਂ ਜਿਹੜਾ ਇਨਕਾਰ ਨਹੀਂ ਕਰ ਰਹੇ ਬਟ ਆਓਗੇ ਜ਼ਰੂਰ ਆਪਣੀ ਪਾਰਟੀ ਲੈ ਕੇ? ਮੈਂ ਦੇਖੋ ਦੇਸ਼ ਲਈ ਬੜੀ ਕ੍ਰਿਕਟ ਖੇਲੀ ਔਰ ਦੇਸ਼ ਦੇ ਲਈ ਮੈਂ ਅੱਗੇ ਸੇਵਾ ਵੀ ਕਰਾਂਗਾ ਜ਼ਰੂਰ, ਔਰ ਚਾਹੇ ਉਹ ਰਾਜਨੀਤੀ ਦੇ ਤਰੀਕੇ ਹੋਵੇ ਜਾਂ ਫਿਰ ਬਿਨਾਂ ਰਾਜਨੀਤੀ ਦੇ ਵਿੱਚ ਆਏ ਵੀ ਜੋ ਮੇਰੇ ਤੋਂ ਬਣ ਪਾਇਆ ਹੋਵੇਗਾ ਮੈਂ ਜ਼ਰੂਰ ਕੋਸ਼ਿਸ਼ ਕਰਦਾ ਰਹਾਂਗਾ। ਕਦੋਂ ਹੋਏਗੀ ਉਹ ਇਹ ਮੈਨੂੰ ਨਹੀਂ ਪਤਾ ਹੈਗਾ, ਉਹ ਜਿੱਦਣ ਹੋਏਗੀ ਮੈਂ ਤੁਹਾਨੂੰ ਦੱਸ ਕੇ ਕਰਾਂਗਾ, ਇਹ ਵੀ ਮੇਰਾ ਵਾਅਦਾ ਤੁਹਾਨੂੰ। ਪੰਜਾਬ ਦੇ ਲੋਕ ਕਹਿੰਦੇ ਨੇ ਕਿ ਅਜੇ ਤੱਕ ਰਾਜਨੀਤਿਕ ਪਾਰਟੀਆਂ ਨੇ ਉਸ ਲੈਵਲ ਦੀ ਭੂਮਿਕਾ ਨਹੀਂ ਨਿਭਾਈ ਜਿਹੜੇ ਕੰਮ ਕਰਨੇ ਚਾਹੀਦੇ ਸੀਗੇ। ਤੁਹਾਨੂੰ ਲੱਗਦਾ ਕਿ ਇਹ ਭੂਮਿਕਾ ਨਿਭਾਈ ਕਿ ਜਾਂ ਵਾਕਈ ਰਾਜਨੀਤੀ ਹੁਣ ਬਦਲਣ ਦਾ ਸਮਾਂ ਆ ਗਿਆ? ਤੁਸੀਂ ਦੇਖੋ ਜੀ, ਮੈਂ ਤਾਂ ਇਹੀ ਕਹਾਂਗਾ, ਮੈਂ ਸਪੋਰਟਸ ਦੇ ਖੇਤਰ ਦਾ ਬੰਦਾ। ਸਪੋਰਟਸ ਦੇ ਖੇਤਰ ਦੇ ਵਿੱਚ ਪੰਜਾਬ ਦੀ ਤਰੱਕੀ ਨਹੀਂ ਹੋਈ ਹੈ। ਸਪੋਰਟਸ ਦੇ ਖੇਤਰ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ। ਸਾਡੇ ਇੱਥੇ ਇਨਫਰਾਸਟ੍ਰਕਚਰ ਬਹੁਤ ਵਧੀਆ ਹੋ ਸਕਦਾ ਜਿਹੜਾ ਨਹੀਂ ਹੋਇਆ, ਔਰ ਬਿਲਸ ਦੇ ਵਿੱਚ ਅਗਰ ਦੇਖੋ ਤਾਂ ਪੈਸੇ ਹੀ ਨਹੀਂ ਹੈਗੇ ਪੰਜਾਬ ਸਰਕਾਰ ਦੇ ਕੋਲ ਕਮੋ, ਜਾਂ ਫਿਰ ਇਨਫਰਾਸਟ੍ਰਕਚਰ ਓਵਰਆਲ ਇੰਡੀਆ ਦਾ ਅਗਰ ਦੇਖਿਆ ਜਾਵੇ ਤਾਂ ਬਹੁਤ ਵਧੀਆ ਨਹੀਂ ਹੈ, ਜਿਹਦੇ ਉੱਤੇ ਬਹੁਤ ਕੰਮ ਹੋ ਸਕਦਾ। ਔਰ ਅਸੀਂ ਕਹਿੰਦੇ ਹਾਂ ਕਿ ਜਦੋਂ ਸਾਡੇ ਐਥਲੀਟ ਜਾਂਦੇ ਆ ਖੇਲਣ ਤੇ ਕਹਿੰਦੇ ਆ ਕਿ ਜੀ 2 ਹੀ ਮੈਡਲ ਆਏ ਆ, ਕਿ ਇੰਨੀ ਵੱਡੀ ਆਬਾਦੀ ਦੇ ਵਿੱਚੋਂ ਸਿਰਫ 2 ਹੀ ਮੈਡਲ ਬਣਦੇ ਆ। ਮੈਨੂੰ ਲੱਗਦਾ ਅਗਰ ਇੰਨੀ ਵੱਡੀ ਆਬਾਦੀ ਦੇ ਵਿੱਚੋਂ ਸਾਨੂੰ 500 ਮੈਡਲ ਆ ਸਕਦੇ ਆ। ਔਰ ਕਿਉਂ ਨਹੀਂ ਆਉਂਦੇ? ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਸਹੂਲਤ ਨਹੀਂ ਹੈ ਪਲੇਅਰਾਂ ਨੂੰ। ਬੜਾ ਕੁਝ ਸਪੋਰਟਸ 'ਤੇ ਹੋ ਸਕਦਾ। ਔਰ ਰਾਜਨੀਤੀ ਨੂੰ ਅਲੱਗ ਰੱਖ ਕੇ ਅਗਰ ਗੱਲ ਕਰੀਏ ਤਾਂ ਅਗਰ ਥੋੜ੍ਹਾ ਜਿਹਾ ਰਾਜਨੀਤਿਕ ਬੰਦੇ ਜਿਹੜੇ ਬਿੱਲ ਪਾਸ ਕਰਦੇ ਆ, ਥੋੜ੍ਹਾ ਜਿਹਾ ਬਿੱਲ ਅਗਰ ਵਧਾ ਦੇਣ ਔਰ ਵਧੀਆ ਬੰਦਾ ਅਗਰ ਸਪੋਰਟਸ ਦੇ ਉੱਤੇ ਲਗਾ ਦੇਣ ਤੇ ਪੰਜਾਬ ਦਾ ਨਾਮ ਸਪੋਰਟਸ ਦੇ ਵਿੱਚ ਇੱਕ ਵਾਰੀ ਫਿਰ ਬਹੁਤ ਉੱਤੇ ਹੋ ਜਾਏਗਾ। ਇਕੱਲਾ ਹਰਭਜਨ ਸਿੰਘ ਇੱਥੋਂ 100 ਟੈਸਟ ਮੈਚ ਖੇਲੇ, ਮੈਨੂੰ ਗੱਲ ਹਜਮ ਨਹੀਂ ਹੁੰਦੀ। ਇੱਥੋਂ ਘੱਟੋ ਘੱਟ ਹੋਰ 20 ਮੁੰਡੇ ਹੋਣੇ ਚਾਹੀਦੇ ਜਿਹੜੇ ਇੰਡੀਆ ਲਈ ਖੇਲਣ, ਉਹ 100 ਟੈਸਟ ਮੈਚ ਖੇਲਣ। ਕਿਉਂ ਨਹੀਂ ਹੋ ਸਕਦਾ? ਹਾਕੀ ਕਿਉਂ ਥੱਲੇ ਚਲੇਗੀ? ਸਾਡੀ ਕੁਸ਼ਤੀ ਕਿਉਂ ਥੱਲੇ ਚਲੇਗੀ? ਭਲਵਾਨੀ ਕਿਉਂ ਥੱਲੇ ਚਲੇਗੀ? ਹਰਿਆਣਾ ਕਿਉਂ ਅੱਗੇ ਨਿਕਲ ਗਿਆ? ਇਹਦੇ ਕੁਝ ਤਾਂ ਕਾਰਨ ਹੋਣਗੇ। ਹਰਭਜਨ ਸਿੰਘ ਹੋਣਾ ਦਾ ਡ੍ਰੀਮ ਪ੍ਰੋਜੈਕਟ ਕੀ ਹੋਏਗਾ ਜੇ ਤੁਸੀਂ ਰਾਜਨੀਤੀ ਚਾਹੁੰਦੇ ਹੋ? ਮੇਰਾ ਰਾਜਨੀਤਿਕ ਦੇ ਵਿੱਚ ਆ ਕੇ ਉਹ ਤਾਂ ਮੈਂ ਸੋਚਾਂਗਾ ਮੇਰਾ ਡ੍ਰੀਮ ਪ੍ਰੋਜੈਕਟ ਕੀ ਹੋਏਗਾ। ਬੜੇ ਹੈ ਕਿ ਜਦੋਂ ਵੀ ਮੈਂ ਜਾਵਾਂਗਾ ਮੈਂ ਦੇਖਾਂਗੀ ਆਸੇ-ਪਾਸੇ ਖੁਸ਼ਹਾਲੀ ਹੋਵੇ, ਲੋਕਾਂ ਨੂੰ ਖਾਣ ਪੀਣ ਲਈ ਹਰ ਚੀਜ਼ ਉਹ ਸਸਤੇ ਪ੍ਰਾਈਜ਼ਸ 'ਤੇ ਮਿਲੇ, ਐਂਡ ਆਫ ਕੋਰਸ ਸਪੋਰਟਸ ਜਿਹੜੀ ਆ ਉਹ ਅੱਗੇ ਵਧੇ, ਕਿਉਂਕਿ ਮੈਂ ਸਪੋਰਟਸ ਦੇ ਨਾਲ ਜੁੜਿਆ ਹੋਇਆ। ਮੈਂ ਚਾਹਾਂਗਾ ਕਿ ਸਪੋਰਟਸ ਨੂੰ ਅੱਗੇ ਲੈ ਕੇ ਜਾਇਆ ਜਾਵੇ। ਸਰ ਰੀਸੈਂਟ ਇਨਸੀਡੈਂਟ ਹੋਇਆ, ਚਾਹੇ ਅੰਮ੍ਰਿਤਸਰ ਦਰਬਾਰ ਸਾਹਿਬ ਜਿਹੜਾ ਹੋਇਆ, ਚਾਹੇ ਲੁਧਿਆਣਾ ਬਲਾਸਟ ਦਾ, ਇਹ ਕੁਝ ਤਾਕਤਾਂ ਜਿਹੜੇ ਲੱਗ ਰਹੇ ਨੇ ਉਸ ਚੀਜ਼ ਦਾ? ਜੀ ਬੜੀ ਸ਼ਰਮਨਾਕ ਹਰਕਤ ਹੋਈ ਹੈ ਜੋ ਦਰਬਾਰ ਸਾਹਿਬ ਹੋਈ। ਕਿਸੇ ਨੂੰ ਵੀ ਮੈਨੂੰ ਲੱਗਦਾ ਕਿ ਇਹ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਅਸੀਂ ਚਾਹੇ ਉਹ ਦਰਬਾਰ ਸਾਹਿਬ ਹੋਈ ਹੈ ਜਾਂ ਗੀਤਾ ਮੰਦਿਰ ਹੋਈ ਹੈ, ਦੇਵੀ ਤਲਾਬ ਹੋਈ ਹੈ ਜਾਂ ਫਿਰ ਕਿਸੇ ਵੀ ਮਸਜਿਦ ਹੋਈ ਹੈ, ਅਸੀਂ ਕਿਸੇ ਵੀ ਧਰਮ ਦੀ ਉਲੰਘਣਾ ਨਾ ਕਰੀਏ ਔਰ ਕਿਸੇ ਨੂੰ ਵੀ ਧਾਰਮਿਕ ਤੌਰ ਤੇ ਠੇਸ ਨਾ ਪਹੁੰਚਾਈਏ। ਤੁਹਾਡੀ ਬੈਸਟ ਮੈਮਰੀਜ਼ ਰਿਲੇਟਡ ਟੂ ਕ੍ਰਿਕਟ ਬਿਲਕੁਲ ਸਟਾਰਟ ਆਫ ਯੋਰ ਕੈਰੀਅਰ? ਮੇਰੀ ਬੈਸਟ ਮੈਮਰੀ ਇਹੀ ਹੈ ਜੀ ਕਿ ਮੈਂ ਜਦੋਂ ਇੱਥੋਂ ਖੇਲਣ ਗਿਆ ਸੀਗਾ ਇਸੇ ਗਰਾਊਂਡ ਤੋਂ ਹੀ, ਤੋ ਉਸ ਦਿਨ ਮੈਨੂੰ ਭਾਜੀ ਛੱਡ ਕੇ ਆਏ ਸੀ। ਪਹਿਲਾ ਟੈਸਟ ਮੈਚ ਮੈਂ ਖੇਲਣ ਜਾ ਰਿਹਾ ਸੀ ਬੈਂਗਲੌਰ, ਔਰ ਭਾਜੀ ਵੀ ਦੱਸਣਗੇ ਤੁਹਾਨੂੰ ਇਹ ਸਟੋਰੀ। ਤੇ ਜਦੋਂ ਵਾਪਸ ਆਏ ਆ ਤੇ ਸਡਨਲੀ ਥੋੜ੍ਹੇ ਦਿਨਾਂ 'ਚ ਜ਼ਿੰਦਗੀ ਚੇਂਜ ਹੋ ਗਈ ਕਿ ਜਿਹੜਾ ਇੱਕ ਸੁਪਨਾ ਸੀਗਾ ਟੈਸਟ ਕ੍ਰਿਕਟਰ ਬਣਨ ਦਾ ਉਹ ਪੂਰਾ ਹੋਇਆ। ਮੇਰੇ ਕੋਚ ਸਾਹਿਬ ਇਹਨਾਂ ਨੇ ਜਿਹੜਾ ਸੁਪਨਾ ਦੇਖਿਆ ਸੀਗਾ ਉਹ ਪੂਰਾ ਹੋਇਆ। ਔਰ ਮੇਰੀ ਅਗਰ ਕ੍ਰਿਕਟ ਦੀ ਸਭ ਤੋਂ ਵੱਡੀ ਮੂਮੈਂਟ ਜਿਹੜੀ ਹੋਈ ਉਹ ਵਰਲਡ ਕੱਪ 2007 2011। ਪਰ ਇੰਡੀਵਿਜੂਅਲ ਅਗਰ ਗੱਲ ਕਰਾਂ ਤਾਂ ਮੈਂ ਉਹ ਜਦੋਂ ਹੈਟ੍ਰਿਕ ਲੱਤੀ ਆਸਟ੍ਰੇਲੀਆ ਦੇ ਨਾਲ, ਪਹਿਲਾ ਹਿੰਦੁਸਤਾਨ ਦਾ ਬੋਲਰ ਬਣਿਆ ਟੈਸਟ ਕ੍ਰਿਕਟ ਦੇ ਵਿੱਚ ਜਿਹਨੇ ਹੈਟ੍ਰਿਕ ਲਈ ਹੋਵੇ। ਔਰ 32 ਵਿਕਟਾਂ ਦਾ ਰਿਕਾਰਡ ਜਿਹੜਾ ਅੱਜ ਵੀ ਕਾਇਮ ਹੈ 3 ਮੈਚਾਂ ਦੇ ਵਿੱਚ, ਉਹ
ਮੇਰੇ ਲਈ ਬੜੇ ਯਾਦਗਾਰ ਪਲ ਹੈ। ਬਟ ਜਦੋਂ ਮੈਂ ਇੰਡੀਆ ਲਈ ਖੇਲਿਆ ਉਹ ਹਰ ਦਿਨ ਮੇਰੇ ਲਈ ਬੜਾ ਯਾਦਗਾਰ ਹੈ, ਕਿਉਂਕਿ ਕ੍ਰਿਕਟ ਇੱਕ ਐਸੀ ਚੀਜ਼ ਹੈ। ਹੁਣ ਮੈਂ ਪਿੱਛੇ ਮੁੜ ਕੇ ਦੇਖਦਾ ਕਿ ਆਈ ਵਿਸ਼ ਕਿ ਮੈਂ ਦੁਬਾਰਾ ਖੇਲ ਸਕਾਂ, ਬਟ ਹੁਣ ਮੇਰੀ ਬੋਡੀ ਸ਼ਾਇਦ ਉੱਦਾਂ ਅਲਾਉ ਨਹੀਂ ਕਰੇਗੀ ਕਿ ਮੈਂ ਉਨੀ ਫਿਟਨੈਸ ਦੇ ਨਾਲ ਖੇਲ ਸਕਾਂ। ਤੇ ਹੈਵ ਯੂ ਵਾਚਡ 83? No, I have not watched the movie yet. I've seen the trailer. I've spoken to Kapil Paji. I've congratulated him for the movie. I'm sure it's going to be a super duper hit. And Ranveer is unbelievable. You know, ਜਿਹੜਾ ਵੀ ਕਿਰਦਾਰ ਕਰਦਾ ਉਹਦੇ ਵਿੱਚ ਬਿਲਕੁਲ ਹੀ ਉਹ ਲੱਗ ਜਾਂਦਾ ਕਿ ਸ਼ਾਇਦ ਉਹੀ ਕਰ ਰਿਹਾ। ਉਹ ਵਾਕਈ ਲੱਗ ਵੀ ਰਿਹਾ ਜਿਵੇਂ ਕਪਿਲ ਭਾਜੀ ਬੋਲ ਰਹੇ ਹਨ ਜਦੋਂ ਟ੍ਰੇਲਰ ਦੇ ਵਿੱਚ ਬੋਲ ਰਹੇ। I'm sure this movie will inspire many youngsters to take up this game. Do you intend ਕਿ ਤੁਹਾਡੇ ਤੇ ਵੀ ਕੋਈ ਬਾਇਓਪਿਕ ਬਣੇ ਜਾਂ ਸਮਥਿੰਗ? ਮੇਰੇ ਤੇ ਜ਼ਰੂਰ ਬਾਇਓਪਿਕ ਤਾਂ ਮੈਨੂੰ ਪਤਾ ਨਹੀਂ, ਬਟ ਮੈਂ ਸੋਚ ਰਿਹਾ ਕਿ ਵੈਬ ਸੀਰੀਜ਼ ਜੋ ਹੈ ਉਹ ਬਣਾਈ ਜਾਵੇ, ਕਿਉਂਕਿ ਮੇਰੀ ਬੁੱਕ ਆਲਮੋਸਟ ਅਸੀਂ ਲਿਖ ਲਈ ਆ। ਇਟਸ ਔਨ ਦ ਵਰਜ ਆਫ ਕਮਿੰਗ ਆਊਟ, ਔਰ ਜਦੋਂ ਇੱਕ ਵਾਰੀ ਬੁੱਕ ਬਾਹਰ ਆ ਜਾਏਗੀ ਤੇ ਮੈਂ ਜ਼ਰੂਰ ਚਾਹਾਂਗਾ ਕਿ ਉਸ 'ਤੇ ਬਾਇਓਪਿਕ ਨਹੀਂ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਡਿਜੀਟਲ ਦਾ, ਉਹ ਮੈਂ ਚਾਹਾਂਗਾ ਘਰ ਘਰ ਬੈਠੇ ਬੰਦਾ ਜਿਹੜਾ ਆਪਣੇ ਫ਼ੋਨ 'ਤੇ ਵੀ ਦੇਖ ਸਕੇ। ਅਤੇ ਮੈਂ ਵੈਬ ਸੀਰੀਜ਼ ਜਿਹੜੀ ਹੈ ਅਸੀਂ ਉਹ ਪਲਾਨ ਕਰ ਰਹੇ ਹਾਂ। ਐਨੀ ਟਾਈਟਲ ਯੂ ਥੌਟ ਆਫ? ਮੇਰੇ ਬੁੱਕ ਦਾ ਟਾਈਟਲ ਹੈ ਜੀ ਦੂਸਰਾ ਚੈਪਟਰ। ਓਕੇ, ਦੂਸਰਾ ਚੈਪਟਰ ਦੂਸਰਾ ਇਜ਼ ਲਾਈਕ ਦੂਸਰਾ ਚੈਪਟਰ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਦੂਸਰਾ ਬਹੁਤ ਇੰਪੋਰਟੈਂਟ ਸੀ। ਜਦੋਂ ਮੈਂ ਕ੍ਰਿਕਟ ਵੀ ਖੇਲਿਆ, ਇੰਡੀਆ ਲਈ ਸਿਲੈਕਟ ਹੋਇਆ, ਕਿਉਂਕਿ ਸਕਲੈਨ ਮੁਸ਼ਤਾਕ ਉਹ ਬਾਲ ਕਰਦੇ ਹੁੰਦੇ ਸੀ ਜਿਹੜੀ ਆਫ ਸਪਿਨ ਦੇ ਹੁੰਦੇ ਬਾਹਰ ਚਲੇ ਜਾਂਦੀ, ਜਿਹਨੂੰ ਲੈਗ ਕੱਟ ਕਹਿੰਦੇ ਕ੍ਰਿਕਟ ਦੇ ਵਿੱਚ, ਪਰ ਉਹਨੂੰ ਦੂਸਰਾ ਕਿਹਾ ਜਾਂਦਾ। ਉਹਨੂੰ ਮੇਰੇ ਨਾਲ ਜੋੜ ਦਿੱਤਾ ਗਿਆ ਕਿ ਦੂਸਰਾ ਕੌਣ ਕਰਦਾ ਭੱਜੀ, ਔਰ ਇਸੇ ਲਈ ਉਹ ਮੇਰੀ ਜ਼ਿੰਦਗੀ ਦੇ ਨਾਲ ਦੂਸਰਾ ਜਿਹੜਾ ਸ਼ਬਦ ਹੈ ਇੰਨਾ ਵਧੀਆ ਜੁੜ ਗਿਆ। ਉਹਨੇ ਦੂਸਰਾ ਚੈਪਟਰ ਮੇਰੀ ਜ਼ਿੰਦਗੀ ਦਾ ਸ਼ੁਰੂ ਹੋ ਰਿਹਾ। ਬੁੱਕ ਦਾ ਨਾਮ ਵੀ ਇਸੇ ਲਈ ਦੂਸਰਾ ਚੈਪਟਰ, ਅਤੇ ਦਿਸ ਇਜ਼ ਹਾਊ ਇਟ ਇਜ਼। ਟਰਮੀਨੇਟਰ ਟਾਈਟਲ ਤੁਹਾਨੂੰ ਕਿਹਨੇ ਦਿੱਤਾ ਸੀ? ਟਰਮੀਨੇਟਰ ਦਾ ਟਾਈਟਲ ਇਹ ਆਸਟ੍ਰੇਲੀਅਨ ਕੁਝ ਅਖਬਾਰਾਂ ਨੇ ਲਿਖਿਆ ਸੀ। ਟਰਮੀਨੇਟਰ ਇੱਕ ਫਿਲਮ ਆਈ ਸੀਗੀ, ਉਸ ਤੋਂ ਬਾਅਦ ਜਿੱਦਾਂ ਦੀ ਉਹ ਸੀਰੀਜ਼ ਹੋਈ, ਔਰ ਮੈਂ ਇਕੱਲੇ ਨੇ ਉਹ ਸੀਰੀਜ਼ ਦੇ ਵਿੱਚ ਅਗਰ 32 ਵਿਕਟਾਂ ਲਈਆਂ, ਔਰ ਦੂਸਰਾ ਸੈਕਿੰਡ ਹਾਈਐਸਟ ਵਿਕਟ ਟੇਕਰ ਸਚਿਨ ਤੰਦੂਲਕਰ ਸੀ 3 ਵਿਕਟਾਂ ਲੈ ਕੇ, ਅਤੇ ਉੱਥੇ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਛਪਿਆ ਸੀ ਕਿ ਟਰਮੀਨੇਟਰ ਸਟ੍ਰਾਈਕ, ਟਰਮੀਨੇਟਰ ਨੇ ਕੁਛ ਐਸੀਆਂ ਹੈਡਲਾਈਨ ਸੀਗੀਆਂ ਕਿ ਉਦੋਂ ਟਰਮੀਨੇਟਰ ਬਣਾ ਦਿੱਤਾ ਉਹਨਾਂ ਨੇ ਮੈਨੂੰ। ਐਂਡ ਐਵਰੀਵਨ ਇਜ਼ ਆਸਕਿੰਗ ਕਿ ਸਾਈਮਨਸ ਨੇ ਤੁਹਾਨੂੰ ਕੀ ਕਿਹਾ ਸੀ ਉਸ ਦਿਨ? ਸਾਈਮਨ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਜੀ। ਉਹਨੂੰ ਲੱਗਿਆ ਕਿ ਮੈਂ ਉਹਨੂੰ ਮੰਕੀ ਕਿਹਾ, ਪਰ ਮੈਂ ਉਹਨੂੰ ਕਿਹਾ ਸੀ ਤੇਰੀ ਮਾਂ ਕੀ। ਹੁਣ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ, ਉਹਨੂੰ ਹਿੰਦੀ ਨਹੀਂ ਆਉਂਦੀ ਸੀ। ਹੁਣ ਜੇ ਉਹ ਗਾਲ ਕੱਢੇਗਾ ਅੰਗਰੇਜ਼ੀ 'ਚ ਕੱਢੇਗਾ, ਅਤੇ ਮੈਂ ਜੇ ਕੱਢਾਂਗਾ ਤਾਂ ਮੈਂ ਪੰਜਾਬੀ 'ਚ ਕੱਢਾਂਗਾ। ਅਤੇ ਇਹ ਗੱਲ ਹੋਈ ਸੀਗੀ। ਉਸ ਛੋਟੀ ਜਿਹੀ ਗੱਲ ਦਾ ਬਹੁਤ ਵੱਡਾ ਪਹਾੜ ਬਣਾ ਦਿੱਤਾ। ਬੜੇ ਇਹ ਮੇਰੀ ਬੁੱਕ ਦੇ ਵਿੱਚ ਬੜਾ ਵਧੀਆ ਅਸੀਂ ਰਿਵੀਲ ਕੀਤਾ ਕਿ ਵਾਟ ਐਗਜ਼ੈਕਟਲੀ ਹੈਪਨ, ਔਰ ਬੜੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੋਇਆ ਕੀ ਨਹੀਂ। ਕਹਿ ਰਹੇ ਤਾਂ ਇੱਕ ਛੋਟਾ ਜਿਹਾ ਮੂਮੈਂਟ ਕੀ ਬੋਲਿਆ ਕੀ ਸੁਣਿਆ, ਬਟ ਉਸ ਤੋਂ ਇਲਾਵਾ ਜੋ ਮੇਰੇ 'ਤੇ ਬੀਤੀ ਜਾਂ ਉਸ 'ਤੇ ਬੀਤੀ ਉਹ ਸ਼ਾਇਦ ਕਿਸੇ ਨੂੰ ਨਹੀਂ ਪਤਾ, ਔਰ ਉਹ ਮੈਂ ਰਿਵੀਲ ਕੀਤਾ। ਬੜਾ ਅੱਛਾ ਚੈਪਟਰ ਹੈ ਮੇਰੀ ਬੁੱਕ ਦੇ ਵਿੱਚ। ਐਂਡ ਹੂ ਇਜ਼ ਰਾਈਟਿੰਗ ਫॉर ਯੂ? There is a guy called Kushan Sarkar From? from PTI. He writes for PTI and he's a cricket journalist. And there are other couple of people who is helping him. So Yeah. when do you expect them? ਮੈਂ ਕੋਸ਼ਿਸ਼ ਤਾਂ ਇਹ ਕਰ ਰਿਹਾ ਕਿ ਇਸ IPL ਤੋਂ ਪਹਿਲਾਂ ਆ ਜਾਏ, ਬਟ ਅਗਰ ਅਸੀਂ ਸੈਟੀਸਫਾਈਡ ਨਹੀਂ ਹੈ ਤਾਂ ਫਿਰ ਅਸੀਂ ਅਕਤੂਬਰ ਨਵੰਬਰ ਦੇ ਵਿੱਚ ਕਰਾਂਗੇ, ਜਦੋਂ ਆਸਟ੍ਰੇਲੀਆ ਸੀਰੀਜ਼ ਹੋਏਗੀ, ਇੰਡੀਆ ਆਸਟ੍ਰੇਲੀਆ ਜਾਏਗੀ ਉਸ ਤੋਂ ਪਹਿਲਾਂ।